ਫਿਰੋਜ਼ਪੁਰ ਟ੍ਰਿਪਲ ਮਰਡਰ ਦੇ 6 ਸ਼ੂਟਰਾਂ ਨੂੰ ਅੱਜ ਔਰੰਗਾਬਾਦ ਤੋਂ ਲਿਆਂਦਾ ਜਾਵੇਗਾ। ਫਿਰੋਜ਼ਪੁਰ ਕੋਰਟ ਤੋਂ ਮਿਲਿਆ 3 ਦਿਨ ਦਾ ਟ੍ਰਾਂਜ਼ਿਟ ਰਿਮਾਂਡ। ਕੱਲ ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਕੀਤੇ ਗਏ ਸਨ ਗ੍ਰਿਫਤਾਰ। ਫਰੀਦਕੋਟ 'ਚ ਹਥਿਆਰਾਂ ਦੇ ਨਾਲ ਭਰਿਆ ਬੈਗ ਸੁੱਟਣ ਦੇ ਮਾਮਲੇ 'ਚ ਐਕਸ਼ਨ। ਪੁਲਿਸ ਨੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ। 2 ਸਤੰਬਰ ਨੂੰ ਨਾਕੇਬੰਦੀ ਦੌਰਾਨ ਬੈਗ ਸੁੱਟ ਕੇ ਹੋਏ ਸਨ ਫਰਾਰ। ਪੁਤਿਨ ਤੋਂ ਬਾਅਦ ਹੁਣ ਇਟਲੀ ਦੀ ਪੀਐਮ ਜਾਰਜੀਆ ਮੈਲੋਨੀ ਨੇ ਵੀ ਭਾਰਤ ਤੇ ਜਤਾਇਆ ਭਰੋਸਾ। ਕਿਹਾ ਰੂਸ ਯੂਕਰੇਨ ਜੰਗ ਖਤਮ ਕਰਵਾ ਸਕਦਾ ਹੈ ਭਾਰਤ। ਜ਼ੈਲੈਂਸਕੀ ਦੇ ਨਾਲ ਮੁਲਾਕਾਤ ਤੋਂ ਬਾਅਦ ਦਿੱਤਾ ਬਿਆਨ। 3 ਦਿਨੀ ਦੌਰੇ ਤੇ ਅਮਰੀਕਾ ਪਹੁੰਚੇ ਰਾਹੁਲ ਗਾਂਧੀ। ਡਲਾਸ 에ਅਰਪੋਰਟ ਤੇ ਹੋਇਆ ਸਵਾਗਤ। ਬੋਲੇ ਦੋਵੇਂ ਦੇਸ਼ਾਂ ਦੇ ਸੰਬੰਧ ਹੋਣਗੇ ਹੋਰ ਵੀ ਮਜ਼ਬੂਤ। ਪੰਜਾਬ 'ਚ ਅੱਜ ਤੋਂ ਮਹਿੰਗਾ ਹੋਇਆ ਬੱਸ ਸਫ਼ਰ। ਸਰਕਾਰ ਨੇ ਕਿਰਾਏ 'ਚ ਕੀਤਾ ਵਾਧਾ। ਘੱਟੋ ਘੱਟ ਕਿਰਾਇਆ ਵੀ ਹੋਇਆ 15 ਰੁਪਏ। ਸਤਿ ਸ਼੍ਰੀ ਅਕਾਲ। ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਤਾਂ ਵੱਡੀ ਖਬਰ ਲੈ ਕੇ ਹਾਜ਼ਰ ਹਾਂ। ਕਾਂਗਰਸ ਦੇ ਵਿੱਚ ਜਾਣਗੇ ਭਜਨ ਗਾਇਕ ਕਨਈਆ ਮਿੱਤਲ। ਜੀ ਹਾਂ, ਵੱਡੀ ਖਬਰ ਹੈ। ਕਨਈਆ ਮਿੱਤਲ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ। ਕਨਈਆ ਮਿੱਤਲ ਨੇ ਕਾਂਗਰਸ 'ਚ ਸ਼ਾਮਿਲ ਹੋਣ ਦੀ ਇਹ ਇੱਛਾ ਜਤਾਈ ਹੈ, ਯਾਨੀ ਕਿ ਇਸ ਇੱਛਾ ਜਤਾਈ ਹੈ। ਤਾਂ ਕਨਈਆ ਮਿੱਤਲ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦੱਸਿਆ ਹੈ ਕਿ ਮੈਂ ਚਾਹੁੰਦਾ ਹਾਂ ਕਿ ਕੋਈ ਸਨਾਤਨ ਦੀ ਗੱਲ ਕਰੇ। ਮਨ ਦੇ ਵਿੱਚ ਇੱਛਾ ਹੈ ਕਿ ਕਾਂਗਰਸ ਜੁਆਇਨ ਕਰਾਂ ਤਾਂ ਮੈਂ ਜਲਦ ਪਾਰਟੀ ਜੁਆਇਨਿੰਗ ਬਾਰੇ ਜਾਣਕਾਰੀ ਦਵਾਂਗਾ। ਕਨਈਆ ਮਿੱਤਲ ਨੇ ਖੁਦ ਦੱਸਿਆ ਹੈ ਭਾਜਪਾ ਦੇ ਨਾਲ ਮੇਰਾ ਕੋਈ ਮਤਭੇਦ ਨਹੀਂ ਹੈ। ਇਹ ਵੀ ਉਹਨਾਂ ਨੇ ਕਿਹਾ ਹੈ ਮੈਂ ਸ਼ੁਰੂ ਤੋਂ ਕਿਸੇ ਪਾਰਟੀ ਦੇ ਨਾਲ ਨਹੀਂ ਜੁੜਿਆ। ਮੈਂ ਕਿਸੇ ਪਾਰਟੀ ਦੇ ਲਈ ਨਹੀਂ, ਸਿਰਫ ਸਨਾਤਨ ਦੇ ਲਈ ਕੰਮ ਕੀਤਾ ਹੈ। ਅੱਗੇ ਵੀ ਮੈਂ ਸਨਾਤਨ ਦੇ ਲਈ ਕੰਮ ਕਰਦਾ ਰਹਾਂਗਾ। ਤਾਂ ਮਸ਼ਹੂਰ ਭਜਨ ਗਾਇਕ ਨੇ ਕਨਈਆ ਮਿੱਤਲ ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਨੂੰ ਸਮਰਪਿਤ ਭਜਨ ਨਾਲ ਕਾਫੀ ਚਰਚਾ ਦੇ ਵਿੱਚ ਆਏ ਸਨ। ਲੋਕਾਂ ਦੇ ਵੱਲੋਂ ਜੋ ਰਾਮ ਕੋ ਲਾਏ ਹੈ ਭਜਨ ਕਾਫੀ ਪਸੰਦ ਕੀਤਾ ਗਿਆ ਸੀ। ਤਾਂ ਭਾਜਪਾ ਦੇ ਵੱਲੋਂ ਇਸ ਭਜਨ ਨੂੰ ਪ੍ਰਚਾਰ ਦੇ ਵਿੱਚ ਕਾਫੀ ਵਰਤਿਆ ਗਿਆ ਸੀ। ਔਰ ਇਹ ਵੀ ਜ਼ਿਕਰਯੋਗ ਹੈ ਕਿ ਅਕਸਰ ਜਦੋਂ ਵੀ ਇੰਟਰਵਿਊਜ਼ ਅਸੀਂ ਦੇਖਦੇ ਹਾਂ ਕਨਈਆ ਮਿੱਤਲ ਦੇ ਤਾਂ ਹਮੇਸ਼ਾ ਇਹ ਜ਼ਿਕਰ ਕਰਦੇ ਆਏ ਨੇ ਕਿ ਉਹ ਪ੍ਰਧਾਨ ਮੰਤਰੀ ਮੋਦੀ ਯੋਗੀ ਆਦਿੱਤਿਆਨਾਥ ਨੂੰ ਬੇहद ਜ਼ਿਆਦਾ ਪਸੰਦ ਕਰਦੇ ਨੇ। ਉਹਨਾਂ ਦੇ ਵੱਲੋਂ ਇਹ ਵਾਰ-ਵਾਰ ਕਿਹਾ ਗਿਆ ਹੈ। ਉਹਨਾਂ ਨੇ ਖੁਦ ਜ਼ਿਕਰ ਕੀਤਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੀ ਕਾਰਗੁਜ਼ਾਰੀ ਇਹ ਬਤੌਰ ਇੱਕ ਮਨੁੱਖ ਦੇ ਤੌਰ ਤੇ, ਇਨਸਾਨ ਦੇ ਤੌਰ ਤੇ ਯੋਗੀ ਆਦਿੱਤਿਆਨਾਥ ਤਾਂ ਦੋਵੇਂ ਲੀਡਰਾਂ ਦਾ ਵਾਰ-ਵਾਰ ਜ਼ਿਕਰ ਕਰਦੇ ਆਏ ਨੇ ਕਿ ਉਹਨਾਂ ਨੂੰ ਬਹੁਤ ਪਸੰਦ ਕਰਦੇ ਨੇ। ਔਰ ਲੋਕ ਸਭਾ ਚੋਣਾਂ ਦੇ ਵਿੱਚ ਉਸ ਸਮੇਂ ਕਾਫੀ ਜ਼ਿਆਦਾ ਇਹ ਚਰਚਾ ਰਹੀ ਸੀ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੇ ਸਮਾਗਮ ਨੇ ਉਸ ਦੇ ਵਿੱਚ ਭਾਜਪਾ ਆਗੂ ਰਵਨੀਤ ਬਿੱਟੂ ਜੋ ਕਾਂਗਰਸ ਦੇ ਵਿੱਚੋਂ ਗਏ ਸਨ ਉਹ ਵੀ ਸ਼ਾਮਲ ਹੋਏ ਸੀ। ਉਹ ਵੀ ਥਿਰਕਦੇ ਨਜ਼ਰ ਆਏ ਸਨ। ਹਾਲਾਂਕਿ ਰਾਜਾ ਵੜਿੰਗ ਵੀ ਉਸ ਸਮਾਗਮ ਦੇ ਵਿੱਚ ਸਨ। ਤਾਂ ਅਜਿਹੇ ਦੇ ਵਿੱਚ ਹੁਣ ਖੁਦ ਇਹ ਇੱਛਾ ਜ਼ਾਹਿਰ ਕੀਤੀ ਹੈ। ਉਹਨਾਂ ਨੇ ਕਿਹਾ है कि मैं कांग्रेस से जाना चाहना। हो सकता है कांग्रेस ज्वाइन करूं क्योंकि मुझे लगता है कि सनातन की बात करने वाला एक ही दल ना हो, हर दल से सनातन की बात हो, हर किसी की मदद करने के लिए हर दल से बात हो। और इसीलिए मन में इच्छा हुई कि हम कांग्रेस ज्वाइन करें। और भाजपा से हमारा कोई ऐसा मतभेद या मनभेद नहीं है। कुछ लोग कह रहे हैं टिकट नहीं मिला पंचकुला से तो इसलिए कांग्रेस ज्वाइन कर रहा है, ऐसा कुछ भी नहीं है। और टिकट अगर चाहिए होती तो मैं कुछ लोगों से बात करता और ले आता, कोई बड़ी बात नहीं है टिकट मेरे लिए। लेकिन मेरा विचार जो है, मेरी मित्रता है सबसे। मैंने कभी नहीं कहा कि भाजपा को वोट दो। हमने यही कहा कि जो राम मंदिर के लिए काम करे, जो सनातन के लिए काम करे, उसका साथ दो। और उसके लिए अगर हमें कहीं पर भी बैठ के हम उस काम को कर सकते हैं। आप अपनी तपस्या सड़क पर भी कर सकते हैं तो हिमालय पर भी कर सकते हैं, पानी में भी कर सकते हैं तो अग्नि पे भी कर सकते हैं। ज़रूरी नहीं कि आप एक ही दल में रहकर आप अपनी तपस्या करो। और मैं तो कभी भाजपा में मूल रूप से था भी नहीं। हाँ, ऊपर से मुझे बुलाया जाता था कि आप आइए हमारे यहाँ, जो राम को लाए हैं वो भजन गाइए। और वो भजन भी आप सुनेंगे तो उसमें कहीं भाजपा का नाम नहीं, उसमें महाराज जी हमारे गुरु हैं योगी आदित्यनाथ जी, उनके लिए हमने वो गाया। वो आज भी हैं, कल भी रहेंगे, सदैव रहेंगे। चाहे हम किसी भी दल में जाएं या ना जाएं, उससे कोई फ़र्क नहीं पड़ता। एक माँ के 2 बेटे अलग अलग दलों में भी है तो उनकी माँ नहीं बदल जाती। ऐसे ही हमारे गुरु हैं, गुरु रहेंगे। कांग्रेस पार्टी में मेरा जाने का मन है और मैं सेवा करना चाहता हूँ, लोगों का भला करना चाहता हूँ, लोगों का साथ देना चाहता हूँ। और एक मिथ ख़त्म करना चाहता हूँ कि एक ही दल के अंदर आप रहकर सनातन की सेवा कर सकते हैं। ऐसा नहीं है। आप कहीं पर भी हों,
किसी भी परिस्थिति में हो, कहीं पर भी हो, आप सनातन की सेवा कर सकते हैं। ਤਾਂ ਕਨਈਆ ਮਿੱਤਲ ਦੀ ਸਿਆਸੀ ਐਂਟਰੀ ਲਗਭਗ ਤੈਅ ਹੈ। ਉਹ ਖੁਦ ਕਹਿ ਰਹੇ ਨੇ ਕਿ ਕਾਂਗਰਸ ਦੇ ਵਿੱਚ ਜਾਣਾ ਚਾਹੁੰਦੇ ਨੇ। ਤਾਂ ਕੇਵਲ ਢੀਂਗਰਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ, ਹਰਿਆਣਾ ਕਾਂਗਰਸ ਤੋਂ ਨੇ। ਢੀਂਗਰਾ ਸਾਹਿਬ, ਕਨਈਆ ਮਿੱਤਲ ਉਹ ਨਾਂ ਜੋ ਲੋਕ ਸਭਾ ਚੋਣਾਂ ਦੇ ਵਿੱਚ ਬੇਹੱਦ ਜ਼ੋਰਿਆ ਚਰਚਾਵਾਂ ਬਹੁਤ ਸੀ, ਮੰਨਿਆ ਜਾ ਰਿਹਾ ਸੀ ਕਿ ਭਾਜਪਾ 'ਚ ਸ਼ਾਮਲ ਹੋ ਸਕਦੇ ਨੇ, ਪਰ ਉਹਨਾਂ ਨੇ ਉਸ ਸਮੇਂ ਡਿਨਾਈ ਕਰ ਦਿੱਤਾ। ਅੱਜ ਚੰਚੇਤ ਇੱਕ ਬਿਆਨ ਉਹਨਾਂ ਦਾ ਆਉਂਦਾ ਹੈ, ਉਹ ਕਹਿ ਰਹੇ ਨੇ ਕਿ ਕਾਂਗਰਸ 'ਚ ਸ਼ਾਮਲ ਹੋਣਾ ਚਾਹੁੰਦੇ ਨੇ। ਫਸਟ ਰਿਐਕਸ਼ਨ देखो, ਜਿਹੜੇ ਵੀ ਬਹੁਤ ਵੱਡੇ ਭਜਨਕਾਰ ਨੇ ਔਰ ਅਗਰ ਕਾਂਗਰਸ ਵਿੱਚ ਜੁਆਇਨ ਕਰਨਾ ਚਾਹੁੰਦੇ ਹੈ ਤਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਔਰ ਦੂਜੀ ਗੱਲ ਇਹ ਹੈ ਕਿ ਜਿਹੜੇ ਜੋ ਵੀ ਲੋਕ ਦੇਸ਼ ਦੇ ਲੋਕ ਸਾਡੇ ਜਿਹੜੇ ਆਪਣੇ ਨੇ ਔਰ ਜਿਹੜੇ ਰਾਮ ਨੂੰ ਮੰਨਣ ਵਾਲੇ ਨੇ, ਉਹ ਲੋਕ ਅਗਰ ਸਾਡੇ ਨਾਲ ਸ਼ਾਮਿਲ ਹੁੰਦੇ ਹੈ ਤਾਂ ਅਸੀਂ ਵੀ ਰਾਮ ਨੂੰ ਮੰਨਣ ਵਾਲੇ ਹਾਂ। ਸਾਡਾ ਵੀ ਹਰ ਭਗਵਾਨ ਦੇ ਨਾਲ ਸਾਡਾ ਖੁਦ ਦਾ ਸਰੋਕਾਰ ਹੈ ਤੇ ਅਸੀਂ ਖੁਦ ਚਾਹਾਂਗੇ ਕਿ ਉਹ ਅਗਰ ਸ਼ਾਮਿਲ ਹੁੰਦੇ ਹੈ ਤਾਂ ਉਹਨਾਂ ਦਾ ਸਵਾਗਤ ਹੈ। ਔਰ ਬਲਕਿ ਬਾਕੀ ਜਿਹੜਾ ਹੈਗਾ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੁੰਦਾ ਹੈ, ਉਹਨਾਂ ਨੇ ਕਿੱਥੇ ਗੱਲ ਕੀਤੀ ਹੈ, ਕੀ ਗੱਲ ਕੀਤੀ ਹੈ, ਇਹ ਮੈਨੂੰ ਨਹੀਂ ਪਤਾ। ਬਟ ਲੇਕਿਨ ਜੇ ਉਹ ਪਾਰਟੀ ਦੇ ਵਿੱਚ ਆਉਂਦੇ ਨੇ ਤੇ ਪਾਰਟੀ ਦੇ ਵਿੱਚ ਉਹਨਾਂ ਦਾ ਸਵਾਗਤ ਹੈ। ਜੀ ਠੀਕ ਹੈ, ਬਣੇ ਰਹੋ ਸਾਡੇ ਨਾਲ। ਢੀਂਗਰਾ ਸਾਹਿਬ, ਰਮਨ ਮਲਿਕ ਦੂਸਰੇ ਪਾਸੇ ਮੌਜੂਦ ਨੇ ਫੋਨ ਲਾਈਨ ਤੇ, ਬੀਜੇਪੀ ਤੋਂ ਨੇ। ਮਲਿਕ ਸਾਹਿਬ, ਬਹੁਤ ਸਾਰੀਆਂ ਚਰਚਾਵਾਂ ਸਨ ਲੋਕ ਸਭਾ 'ਚ ਔਰ ਇਹ ਕਾਫੀ ਹੱਦ ਤੱਕ ਮੰਨਿਆ ਜਾ ਰਿਹਾ ਸੀ ਕਿ ਕਨਈਆ ਮਿੱਤਲ ਜਦੋਂ ਵੀ ਸਿਆਸਤ ਜੁਆਇਨ ਕਰਨਗੇ ਤਾਂ ਬੀਜੇਪੀ ਦਾ ਹਿੱਸਾ ਹੀ ਹੋ ਸਕਦੇ ਨੇ। 90% ਇਹ ਚਰਚਾ ਸੀ, ਪਰ ਅਚਨਚੇਤ ਕਿਵੇਂ ਅਸੀਂ ਕਹਿ ਸਕਦੇ ਆ ਪਾਸਾ ਵਲਟਿਆ, ਜਾਂ ਫਿਰ ਕੀ ਉਹਨਾਂ ਨੂੰ ਲੱਗ ਰਿਹਾ ਹੈ ਕਿ ਉਹ ਕਾਂਗਰਸ ਦੇ ਵਿੱਚ ਆਉਣਾ ਚਾਹੁੰਦੇ ਨੇ? ਔਰ ਖੁਦ ਉਹਨਾਂ ਨੇ ਵੀਡੀਓ ਪਾ ਕੇ ਦੱਸਿਆ ਹੈ ਕਿ ਉਹ ਕਾंग्रेस ज्वाइन कर सकते हैं कदे भी। देखिए, मैं इस प्रकार के किसी वीडियो का या इस प्रकार के किसी संदेश का मेरे को ज्ञात नहीं है, लेकिन मैं कल भी 2-3 चैनल्स पे था जब विनेश फोगाट की बात हो रही थी और बजरंग पुनिया की बात हो रही थी। मैंने तब भी यही बोला और मैं आज भी यही बोलूंगा कि आप व्यक्तिगत तौर पे जब आप अपने भजन कर रहे हैं या आप अपना खेल खेल रहे हैं, वो आपका अपना एक व्यवसाय कह लीजिए या आपका अपना एक शुगल है, आप उसको पूरा कर रहे हैं। आपकी राजनीतिक सोच या आपकी राजनीतिक कंपल्शन या आपकी राजनीतिक महत्वाकांक्षाएं हों या जो भी है, अगर आप राजनीतिक आपका जो परिदृश्य है या आपका एक विचार है, अगर वो अलग है एक परसेप्शन से, तो उसमें भी कोई किसी को आपत्ति नहीं होनी चाहिए। संघ में मैं आपको बताऊं, गुरुजी गोवलकर भी और डॉक्टर हेडगेवार साहब ने भी जिस समय देश आज़ादी की लड़ाई लड़ा था, उनके डॉक्टर साहब के अल्फाज थे कि देश हित के लिए संघ जो है ये एक सोशल पॉलिटिकल ऑर्गेनाइजेशन नहीं है, सोशल ऑर्गेनाइजेशन है। आप उसमें अपने समाज के लिए काम करें, लेकिन अगर आप कांग्रेस के माध्यम से भी उस समय कांग्रेस थी, उसके माध्यम से भी अगर आप देश सेवा करना चाहते हैं तो आपका स्वागत है। तो जो भी देश सेवा के लिए जो माध्यम इस्तेमाल करे, मेरे को उसमें कोई आपत्ति नहीं है। हो सकता है कि इस प्रकार के सनातनी विचारों का जब कांग्रेस के अंदर जाएगा, बहुत सारे लोग सनातनी विचार के कांग्रेस में आएंगे, तो जयराम रमेश और ये चिदम्बरम जैसे लोग जिन्होंने कांग्रेस को हिंदू विरोधी पार्टी डिक्लेयर करवाने के पीछे पड़े हुए हैं, या राहुल गांधी जी के आसपास जो लोग हैं जो उनका विचार इस तरह से करते थे कि वो हिंदू विरोधी दिखते हैं या समझ में आते हैं, तो वो अगर खत्म होता है तो देश की राजनीति के लिए यानी कि मलिक साहब आप कह रहे हैं कि बूस्ट मिलेगा पार्टी को और उस स्तर पर भी मिलेगा। अगर जिक्र बार बार होता है कि सनातन को लेकर बीजेपी बहुत ज्यादा, देखो सवाल यही है। देखो मलिक साहब, नानक देव जी ने बोला था, हाँ ठीक है, आप अपनी बात पूरी कीजिए, सवाल ले लीजिए मलिक साहब, सवाल ले लीजिए। दो ही चॉइस होती है, दो बड़े दल हैं बीजेपी और कांग्रेस। क्या लगता है कि बीजेपी को ना चुनकर कांग्रेस को चुना जा रहा है कन्हैया मित्तल की ओर से? आपका रिएक्शन क्या है? मेरे से सवाल है जी? जी जी, मैं ये बोलता हूँ कि अगर समाज के अंदर लोग कोई भी, आपको याद होना चाहिए अभी जब मोदी जी 15 अगस्त को बोल रहे थे कि 1 लाख लोगों को पॉलिटिक्स में जिनका पॉलिटिकल बैकग्राउंड नहीं है उनको लाना है। मैं ये समझता हूँ चाहे वो भाजपा में आए चाहे वो कांग्रेस में आए,
अगर देश हित के लोग, समाज के हित के लोग, सनातन के हित के लोग, ये जो एक पूरा वोकिज्म का एक बीमारी है, एक ये फॉल्स सेकुलरिज्म की बीमारी है, इसको छोड़ के अगर कोई असली सेकुलरिज्म, असली चीजों को करने वाला व्यक्ति अगर कहीं भी राष्ट्र निर्माण में किसी भी माध्यम से जाता है, उसका स्वागत होना चाहिए। ठीक है, ठीक है। ढिंगरा साहब, ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਸਾਰੀ ਗੱਲਬਾਤ ਸੁਣੀ ਹੈ, ਰਾਹੁਲ ਗਾਂਧੀ ਦਾ ਜ਼ਿਕਰ ਕਰ ਰਹੇ ਨੇ ਮਲਿਕ ਸਾਹਿਬ, ਉਹਨਾਂ ਨੇ ਜੈਰਾਮ ਰਮੇਸ਼ ਜੀ ਦਾ ਜ਼ਿਕਰ ਕੀਤਾ। देखिए, ये ਜਿਹੜੇ ਭਾਜਪਾਈ ਹੈ ਨਾ, ਇਹਨਾਂ ਨੇ ਮੈਨੂੰ ਲੱਗਦਾ ਹੈ ਵੀ ਹਿੰਦੂ ਇਹਨਾਂ ਨੇ ਹਿੰਦੂਇਜ਼ਮ ਨੂੰ ਆਪਣੀ ਜੇਬ 'ਚ ਪਾ ਲਿਆ। ਇਸ ਤਰ੍ਹਾਂ ਨਹੀਂ ਹੁੰਦਾ। ਜਿਹੜੀ ਕਾਂਗਰਸ ਹੈ ਉਹ ਸਾਰੀ ਬਰਾਦਰੀਆਂ ਦੀ ਪਾਰਟੀ ਹੈ। ਸਭ ਲੋਕ ਸਾਡੇ ਲਈ ਬਰਾਬਰ ਨੇ। ਹਿੰਦੂ ਵੀ ਉਨੇ ਹੀ ਮੰਨਦੇ ਹੈ, ਜੈਨ ਵੀ ਉਨੇ ਹੀ ਮੰਨਦੇ ਹੈ, ਸਿੱਖ ਵੀ ਉਨੇ ਹੀ ਮੰਨਦੇ ਹੈ। ਸਭ ਬਰਾਦਰੀਆਂ ਸਾਰੀਆਂ ਸੇਮ ਹੁੰਦੀਆਂ। ਇਹਨਾਂ ਨੂੰ ਸਿਰਫ ਜਿਹੜੀਆਂ ਇਹ ਗੱਲਾਂ ਕਰਦੇ ਨੇ, ਇਹ ਵਿਤਕਰਾ ਪਾਉਣ ਵਾਲੀਆਂ ਗੱਲਾਂ ਕਰਦੇ ਨੇ ਵੀ ਇਹਨੂੰ ਇੱਧਰ ਵੰਡ ਦਿਓ, ਇਹਨੂੰ ਇੱਧਰ ਵੰਡ ਦਿਓ। ਇਹੀ ਹੈਡਗਵਾਰ ਨੇ ਕਰਿਆ ਸੀ। ਹੈਡਗਵਾਰ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੈਕਟਰੀ ਹੁੰਦੇ ਸੀਗੇ, ਔਰ ਉਹ ਜਦੋਂ ਕਾਂਗਰਸ ਛੱਡ ਕੇ ਉਹਨਾਂ ਨੇ ਸੰਘ ਬਣਾਇਆ ਸੀਗਾ, ਉਦੋਂ ਹੀ ਵਿਤਕਰਾ ਪਾਤਾ ਸੀਗਾ। ਹਿੰਦੂ ਅਲੱਗ ਹੋ ਜਾਓ, ਦੂਜੇ ਅਲੱਗ ਹੋ ਜਾਓ, ਤੀਜੇ ਅਲੱਗ ਹੋ ਜਾਓ। ਆਹੀ ਕੰਮ ਇਹ ਕਰਦੇ ਨੇ। ਇਹਨਾਂ ਨੂੰ ਕੋਈ ਮਤਲਬ ਨਹੀਂ ਹੈ ਦੇਸ਼ ਨਾਲ। ਇਹਨਾਂ ਨੂੰ ਸਿਰਫ ਆਪਸ ਦੇ ਵਿੱਚ ਵੰਡਣ ਨਾਲ ਮਤਲਬ ਹੈ, ਔਰ ਪੂਰੇ ਦੇਸ਼ ਨੂੰ ਵੰਡਤਾ। ਪੂਰੇ ਦੇਸ਼ ਦੇ ਵਿੱਚ ਖਲਬਲੀ ਮਚਾਤੀ 10 ਸਾਲਾਂ ਦੇ ਅੰਦਰ। ਹੁਣ ਤਾਂ ਜਿਹੜੀ ਪਹਿਲਾ ਸੰਘ ਸੀਗੀ, ਉਸ ਸੰਘ ਨੂੰ ਹੀ ਸਾਈਡ ਤੇ ਕਰਤਾ। ਪਰ ਜਿਹੜੇ ਇਹ ਦੋ ਆਦਮੀ ਨੇ, ਮੋਦੀ ਔਰ ਅਮਿਤ ਸ਼ਾਹ, ਇਹਨਾਂ ਨੇ ਤਾਂ ਇਸ ਤੋਂ ਵੱਧ ਕੇ ਅੱਗੇ ਸਿਰਫ ਤੋੜਨ ਦਾ ਕੰਮ ਕੀਤਾ ਪੂਰੇ ਦੇਸ਼ ਵਿੱਚ। ਚਾਹੇ ਉਹ ਗੁਜਰਾਤ ਵਿੱਚ ਕੀਤਾ, ਚਾਹੇ ਉਹ ਦੇਸ਼ ਵਿੱਚ ਕੀਤਾ। ਜਿੰਨੇ ਵੀ ਬੰਦੇ ਹੋਰ ਇਹਨਾਂ ਦੇ ਨੀਤੀਕਾਰ ਸੀਗੇ, ਉਹਨਾਂ ਨੂੰ ਸਾਰਿਆਂ ਨੂੰ ਮਾਰਗਦਰਸ਼ਕ ਮੰਡਲ 'ਚ ਭੇਜ ਦਿੱਤਾ। ਚਲੋ ਢਿੰਗਰਾ ਸਾਹਿਬ, ਇੱਕ ਕਾਰਨ ਵੱਡਾ ਕੀ ਲੱਗਦਾ ਕਿਉਂ ਕਨਈਆ ਮਿੱਤਲ ਕਾਂਗਰਸ ਚਾਹ ਰਹੇ ਨੇ ਬੀਜੇਪੀ ਨੂੰ? ਬਲਕਿ ਬੀਜੇਪੀ ਉਹਨਾਂ ਨੇ ਹਾਂਜੀ ਚੁਆਇਸ ਨਹੀਂ ਰੱਖੀ। ਮੇਰੀ ਗੱਲ ਸੁਣੋ, ਕਾਂਗਰਸ ਦੇ ਵਿੱਚ ਹਰ ਆਦਮੀ ਦਾ ਸਵਾਗਤ ਹੈ। ਹੈਡਗਵਾਰ ਵੀ ਕਿਸੇ ਟਾਈਮ ਕਾਂਗਰਸ ਦੇ AICC ਦੇ ਸੈਕਟਰੀ ਸੀਗੇ। ਕਾਂਗਰਸ ਦੇ ਵਿੱਚ ਕੋਈ ਆਂਦਾ ਹੈ, ਅਸੀਂ ਉਹਦਾ ਸਵਾਗਤ ਜਿਹੜਾ ਹੈ ਬੜੇ ਖਿੜੇ ਮੱਥੇ ਨਾਲ ਕਰਦੇ ਹਾਂ। ਔਰ ਦੂਜੀ ਗੱਲ ਇਹ ਹੈ ਕਿ ਸਾਡਾ ਸਿਸਟਮ ਜਿਹੜਾ ਹੈ ਉਹ ਹਰ ਆਦਮੀ ਦੇ ਨਾਲ ਹੈ। ਮੈਂ ਖੁਦ ਹਿੰਦੂ ਹਾਂ, ਮੈਂ ਖੁਦ ਰਾਮ ਨਾਮ ਨੂੰ ਮੰਨਣ ਵਾਲਾ ਹੈ। ਇਸ ਤਰ੍ਹਾਂ ਹੀ ਬਹੁਤ ਸਾਰੇ ਮੰਨਣ ਵਾਲੇ ਨੇ। ਇਹ ਜੈਰਾਮ ਰਮੇਸ਼ ਜੀ ਦਾ ਜ਼ਿਕਰ ਕਰਦੇ ਆ, ਉਹ ਵੀ ਹਿੰਦੂ ਨੇ, ਉਹ ਵੀ ਰਾਮ ਨਾਮ ਨੂੰ ਮੰਨਣ ਵਾਲੇ ਨੇ। ਬਟ ਉਹਨਾਂ ਦੇ ਉੱਤੇ ਅਕਸ਼ੇਪ ਔਰ ਉਹਨਾਂ ਦੇ ਉੱਤੇ ਗੱਲ ਜਿਹੜੀ ਹੈ ਉਹ ਇਹ ਕਰ ਦਿੰਦੇ ਨੇ। ਅਸੀਂ ਸੁਣ ਲੈਂਦੇ ਇਹਨਾਂ ਦੀ ਗੱਲ, ਬਟ ਸਾਡੇ ਤਾਂ ਸਾਰਾ ਦੇਸ਼ ਇੱਕੋ ਹੀ ਹੈ। ਹਰ ਦੇਸ਼ ਦਾ ਵਾਸੀ ਜਿਹੜਾ ਹੈ ਉਹ ਸਾਡਾ ਹੈ, ਲੇਕਿਨ ਇਹਨਾਂ ਲਈ ਨਹੀਂ ਹੈ। ਇਹ ਵਿਤਕਰਾ ਪਾਉਂਦੇ ਆ। ਇਹਨਾਂ ਦੀ ਗੱਲ ਦੇ ਵਿੱਚ ਵਿਤਕਰਾ, ਇਹਨਾਂ ਦੇ ਕੰਮ ਦੇ ਵਿੱਚ ਵਿਤਕਰਾ, ਇਹਨਾਂ ਦੀ ਹਰ ਬੋਲ ਦੇ ਵਿੱਚ ਵਿਤਕਰਾ। ਦੇਸ਼ ਨੂੰ ਵੰਡਣ ਦੇ ਅਗਰ ਕੋਈ ਭਾਗੀਦਾਰ ਨੇ ਤੇ ਉਹ ਭਾਜਪਾ ਦੀ ਔਰ ਇਹ ਜਿਹੜੀ ਸਰਕਾਰ ਇਸ ਟਾਈਮ ਦੋ ਆਦਮੀਆਂ ਦੀ ਹੈ, ਮੋਦੀ ਔਰ ਅमित शाह ਦੀ, ਇਹ ਹੈਗੀ ਹੈ ਸਭ ਤੋਂ ਵੱਡੀ ਜ਼ਿੰਮੇਵਾਰ। मलिक साहब, देखिए, मेरे ख्याल से या तो इन्होंने मेरा वक्तव्य सुना नहीं, और अगर सुना तो मेरे ख्याल से समझा नहीं। जो लिमिटेड स्कोप है, मैं उसके ऊपर बहुत ज्यादा व्यक्तिगत टिप्पणी नहीं करूंगा। मैंने तो उल्टे स्वागत करा कि चाहे वो भाजपा में जाए या कांग्रेस में जाए, अगर कोई भी व्यक्ति देश निर्माण के लिए जाता है किसी पॉलिटिकल स्कोप में, मैं उसका स्वागत करता हूँ, नंबर 1। नंबर 2, मैं ये हालांकि हुड्डा साहब के बहुत करीबी हैं, लेकिन मैं आज इनको ये बता दूं कि इनको हिस्ट्री की नॉलेज या तो नहीं है, अगर है तो शायद उसका वर्णन सही टाइम पे करना भूल जाते हैं। हुड्डा साहब के पिताजी ने गौ हत्या के लिए हरियाणा के अंदर बहुत काम अपने आप करा और बहुत वक्तव्य दिए हैं। मैं उनका उस चीज के लिए सम्मान करता हूँ। मैं ये बहुत स्पष्ट रूप से बोलता हूँ कि सनातन के लिए और देश निर्माण के लिए, एक असली सेकुलरिज्म के लिए अगर कोई भी व्यक्ति कहीं भी जाता है, मैं उसका स्वागत करता हूँ। तीसरी चीज जो बहुत बड़ी है, मेरे को बांटने की बात नहीं कर रहा हूँ। जयराम रमेश जी का या चिदम्बरम जी का या राहुल गांधी जी के जो दूसरे सलाहकार हैं, जो आजकल इम्पोर्टेड सलाहकार भी उन्होंने रखे हुए हैं, उनका मत और मूल कांग्रेसी का मत एक जैसा नहीं है। ये मैं जानता हूं, क्योंकि मैं बहुत सारे लोगों को व्यक्तिगत रूप से जानता हूं, और कांग्रेस के बहुत सारे नेता जो हैं मेरे व्यक्तिगत मित्र हैं। इनके जो जिनको ये पूछते हैं, उनका पुत्र भी मेरा व्यक्तिगत मित्र है।
मैं आज भी एक चीज आपको ये बता रहा हूँ कि मेरी लड़ाई कांग्रेस के किसी व्यक्ति से नहीं है। वर्तमान में जब से एक परिवार ने इस प्रकार से सनातन के खिलाफ एक मुहिम छेड़ी हुई, मेरी लड़ाई उससे से है। मैं कभी भी ये नहीं बोलता कि कांग्रेस जो है उसके अंदर आने वाला कोई भी व्यक्ति बुरा है या अच्छा है, क्योंकि आप देश की डेमोक्रेसी में पार्ट ले रहे हैं। मैं उसके लिए आपका साधुवाद कर रहा हूँ। एक चीज। दूसरी जो चीज बार बार इनको समझनी चाहिए, सिर्फ बार बार हिंदू बैशिंग से जो ये जो जयराम रमेश जी हैं या चिदम्बरम जी हैं या और इनके ये जो क्या नाम है इनका, खुर्शीद साहब हैं, दूसरे हैं, ये जो फौज रखी हुई है, ये जो है, या ये बोलना कि हिंदू लड़के छेड़ने जाते हैं, चप्पल चोरी करने जाते, पता नहीं क्या क्या बोलते रहते हैं, ये जो है इनसे रिफ्रेन करना चाहिए। आप एक जो रिलीजन है उसको प्राइवेट आस्था का विषय है, उसको वहां रहने दो। आप उसके खिलाफ अगर इतना ही आपको है तो आप दूसरे के लिए भी बोल के देखो ना, फिर आपको पता चलेगा। तो मेरा कहना है ट्रू सेकुलरिज्म मीन्स कि आप जो रिलीजन है उसको प्राइवेट तरफ रहने दो, आप देश के निर्माण की बात करो। हाँ, बिल्कुल ठीक बात कर रहे हैं कि मैं भी मना नहीं करता, हो सकता है ढींगरा साहब बिल्कुल राम नाम जपते होंगे, और मैं जो राम नाम जपता है मैं उसके चरण भी छू सकता हूँ, क्योंकि उसमें जो नाम है उसमें बहुत शक्ति है। ठीक है। मैं अभिमानी नहीं हूँ, लेकिन मेरा सिर्फ कहना इतना है कि हमको पॉलिटिक्स और रिलीजन को अलग रखना चाहिए। बार बार सनातन के ऊपर अटैक नहीं करे, और कोई भी जाता है मैं उसका स्वागत करता हूँ। जो राष्ट्र निर्माण में आ रहा है मैं उसका स्वागत कर रहा हूँ, इससे बड़ा मैं क्या बोल सकता हूँ। ठीक है, ठीक है। लास्ट रिएक्शन की है ढींगरा साहब। देखो, मैं रमन मलिक जी ਦਾ खुद ਦਾ ਕੋਈ ਉਹਨਾਂ ਦੇ ਅਗੇਂਸਟ ਕੁਝ ਨਹੀਂ ਬੋਲਿਆ। ਮੈਂ ਸਿਰਫ ਇਹ ਗੱਲ ਕਹਿ ਰਿਹਾ, ਜਿਹੜੀ ਵਿਚਾਰਧਾਰਾ ਹੈ ਪਾਰਟੀਆਂ ਦੀ, ਮੈਂ ਸਿਰਫ ਉਹਦੇ ਬਾਰੇ ਗੱਲ ਕੀਤੀ ਹੈ। ਔਰ ਪਾਰਟੀ ਦੀ ਜਿਹੜੀ ਵਿਚਾਰਧਾਰਾ ਹੁੰਦੀ ਹੈ ਉਸ ਦੇ ਉੱਤੇ ਪਾਰਟੀਆਂ ਚੱਲਦੀਆਂ, ਲੇਕਿਨ ਸਾਡੀ ਵਿਚਾਰਧਾਰਾ ਹਰ ਆਦਮੀ ਨੂੰ ਨਾਲ ਲੈ ਕੇ ਚੱਲਣ ਦੀ ਹੈ, ਕਿਉਂਕਿ ਸਾਰਾ ਦੇਸ਼ ਜਿਹੜਾ ਹੈ ਉਹ ਸਾਡੇ ਦੇਸ਼ ਵਾਸੀ ਹੈ। ਇਸ ਕਰਕੇ ਅਸੀਂ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹਾਂ। ਠੀਕ ਹੈ, ਠੀਕ ਹੈ। ਇਹ ਵਿਤਕਰਾ ਕਦੀ ਨਹੀਂ ਕਿਸੇ 'ਚ ਕਰਦੇ ਕਿ ਆਹ ਲੋਕ ਗਲਤ ਹੈ ਤੇ ਆਹ ਲੋਕ ਠੀਕ ਹੈ। ਲੇਕਿਨ ਜਦੋਂ ਦੀ ਮੋਦੀ ਔਰ ਅਮਿਤ ਸ਼ਾਹ ਦੀ ਸਰਕਾਰ ਆਈ ਹੈ, ਸਾਰੇ ਦੇਸ਼ ਦੇ ਵਿੱਚ ਇੱਕ ਚੀਜ਼ ਦਾ ਵਿਚਾਰ ਹੋ ਰਿਹਾ ਹੈ। ਜਿੱਦਾਂ ਹਰਿਆਣਾ ਦੇ ਵਿੱਚ ਖੱਟਰ ਸਾਹਿਬ ਦੀ ਸਰਕਾਰ ਆਈ ਤਾਂ ਜਾਟ ਵਰਸਸ ਨੌਨ ਜਾਟ ਕੀਤਾ ਗਿਆ, ਗੁਜਰਾਤ ਦੇ ਵਿੱਚ ਪਟੇਲ ਵਰਸਸ ਨੌਨ ਪਟੇਲ ਕੀਤਾ ਗਿਆ, ਮਹਾਰਾਸ਼ਟਰ ਦੇ ਵਿੱਚ ਮਰਾਠਾ ਵਰਸਸ ਨੌਨ ਮਰਾਠਾ ਕੀਤਾ ਗਿਆ। सबसे बात करेंगे नहीं, मैं तो दस रहा जो विचारधारा तो सकारात्मक बात करते, अगर राम नाम जपते होते। दिक्कत वही है कि राम नाम जपने से सकारात्मकता आती है, नकारात्मकता नहीं होती। मैं तो बिल्कुल सकारात्मक भाव में आपकी बात को मैंने रमन जी आपको कुछ नहीं कहा। रमन जी, मैं आपका कांग्रेस में आए तो मैं आपका स्वागत करता हूँ। मिलेगी। धन्यवाद।